ਸਾਰੀ ਗੱਲ ਨਜ਼ਰੀਏ ਦੀ ਹੁੰਦੀ ਹੈ। ਚਾਹੇ ਦੇਖਣ ਸਮਝਣ ਵਿੱਚ ਕਿਸੇ ਨੂੰ ਚਮਤਕਾਰ ਲੱਗੇ ਜਾਂ ਫਿਰ ਕਿਸੇ ਨੂੰ ਢੋਂਗ, ਆਪੋ ਆਪਣੇ ਨਜ਼ਰੀਏ ਦੀ ਗੱਲ ਹੈ। ਸ਼ਮਸ਼ੇਰ ਸਿੰਘ ਭੁੱਲਰ ਚੰਡੀਗੜ੍ਹ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਨੇ ਤੇ ਉਹ ਖੁਦ FCI ਦੇ ਵਿੱਚ ਨੌਕਰੀ ਕਰਦੇ ਨੇ। ਸ਼ਮਸ਼ੇਰ ਸਿੰਘ ਜੀ ਕਹਿੰਦੇ ਨੇ ਕਿ ਜ਼ਿੰਦਗੀ ਕਦੋਂ ਪਲਟੀ ਮਾਰ ਲਵੇ ਇਹ ਕੋਈ ਨਹੀਂ ਜਾਣਦਾ। ਕੱਖੋਂ ਲੱਖ ਤੇ ਲੱਖੋਂ ਕੱਖ ਬਣਨ ਦੇ ਵਿੱਚ ਸਮਾਂ ਨਹੀਂ ਲੱਗਦਾ ਤੇ ਕੁਝ ਅਜਿਹਾ ਹੀ ਮੇਰੇ ਨਾਲ ਹੋਇਆ। ਜਦੋਂ ਮੈਂ 2005 ਦੇ ਵਿੱਚ FCI ਜੁਆਇਨ ਕੀਤੀ, ਇੰਜ ਲੱਗਿਆ ਕਿ ਹੁਣ ਸਰਕਾਰੀ ਨੌਕਰੀ ਮਿਲੀ ਹੈ ਤਾਂ ਜ਼ਿੰਦਗੀ ਨੂੰ ਕਿਸੇ ਦੀ ਲੋੜ ਨਹੀਂ, ਮੈਂ ਇਕੱਲਾ ਹੀ ਇੱਕ ਰਾਜਾ ਹਾਂ। ਵਧੀਆ ਨੌਕਰੀ ਚੱਲਦੀ ਰਹੀ ਤੇ ਮੇਰੇ ਪਰਿਵਾਰ ਨੇ ਮੇਰਾ ਵਿਆਹ 2008 ਦੇ ਵਿੱਚ ਕਰ ਦਿੱਤਾ। ਵਿਆਹ ਹੋਇਆ ਤਾਂ ਜ਼ਿੰਮੇਵਾਰੀਆਂ ਵਧੀਆਂ, ਪਰ ਕੁਝ ਸਮੇਂ ਬਾਅਦ ਸਾਡੇ ਘਰ ਦੇ ਵਿੱਚ ਕੁਝ ਅਜਿਹਾ ਹੋਇਆ ਜਿਸ ਦੀ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ ਸੀ। ਇੱਕ ਦਿਨ ਮੈਂ ਆਪਣੇ ਦਫ਼ਤਰ ਜਾ ਰਿਹਾ ਸੀ ਕਿ ਇੱਕ ਮੰਦਬੁੱਧੀ ਲੜਕੇ ਨੇ ਮੇਰੇ ਪਿੱਛੋਂ ਕਮੀਜ਼ ਖਿੱਚ ਦਿੱਤੀ। ਮੈਂ ਇੱਕਦਮ ਡਰ ਗਿਆ। ਉਸ ਲੜਕੇ ਨੇ ਕੁਝ ਨਹੀਂ ਬੋਲਿਆ ਤੇ ਸਿਰਫ ਇਸ਼ਾਰਿਆਂ ਦੇ ਵਿੱਚ ਕੁਝ ਖਾਣ ਨੂੰ ਦੇਣ ਵਾਸਤੇ ਕਿਹਾ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਸਨੇ ਪੈਸੇ ਨਹੀਂ ਮੰਗੇ। ਮੈਨੂੰ ਗੁੱਸਾ ਆਇਆ ਤਾਂ ਮੈਂ ਉਸਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਡਿੱਗਣ ਕਰਕੇ ਉਸ ਲੜਕੇ ਦੀ ਬਾਂਹ ਦੇ ਉੱਤੇ ਸੱਟ ਵੱਜੀ ਤੇ ਥੋੜਾ ਖੂਨ ਵੀ ਨਿਕਲਣ ਲੱਗਿਆ। ਐਨੇ ਨੂੰ ਇੱਕ ਹੋਰ ਲੜਕਾ ਆਇਆ ਤੇ ਉਸ ਨੂੰ ਚੁੱਕਣ ਲੱਗਿਆ। ਉਹ ਦੂਸਰਾ ਲੜਕਾ ਵੀ ਮੰਦਬੁੱਧੀ ਸੀ। ਮੈਂ ਦੇਖਿਆ ਕਿ ਦੂਸਰੇ ਲੜਕੇ ਨੇ ਮਿੱਟੀ ਦੀ ਬੁੱਕ ਭਰ ਕੇ ਉਸ ਦੀ ਬਾਂਹ ਦੇ ਉੱਤੇ ਪਾ ਦਿੱਤੀ ਜਿੱਥੋਂ ਖੂਨ ਨਿਕਲ ਰਿਹਾ ਸੀ ਤੇ ਬਾਅਦ ਵਿੱਚ ਦੋਨੋਂ ਉੱਠੇ ਤੇ ਮੇਰੇ ਵੱਲ ਦੇਖ ਕੇ ਮੁਸਕਰਾ ਕੇ ਉੱਥੋਂ ਚਲੇ ਗਏ। ਉਸ ਵੇਲੇ ਤਾਂ ਇਹ ਮੇਰੇ ਲਈ ਆਮ ਜਿਹੀ ਗੱਲ ਸੀ ਤੇ ਨਾ ਹੀ ਇਸ ਗੱਲ ਦਾ ਮੇਰੇ ਉੱਤੇ ਕੋਈ ਖਾਸ ਅਸਰ ਹੋਇਆ। ਉਸ ਤੋਂ ਬਾਅਦ ਕਈ ਵਾਰ ਉਹ ਲੜਕੇ ਰਸਤੇ ਦੇ ਵਿੱਚ ਮੈਨੂੰ ਮਿਲੇ ਤੇ ਮੇਰੇ ਕੋਲੋਂ ਹੱਸ ਕੇ ਲੰਘ ਜਾਂਦੇ, ਪਰ ਕੁਝ ਮੰਗਦੇ ਨਹੀਂ। ਸਮਾਂ ਪਿਆ ਤਾਂ ਮੇਰੀ ਨੌਕਰੀ ਦੇ ਦੌਰਾਨ ਕੁਝ ਭ੍ਰਸ਼ਟਾਚਾਰ ਦੇ ਇਲਜ਼ਾਮ ਮੇਰੇ ਉੱਤੇ ਲੱਗੇ ਜੋ ਮੈਂ ਕੀਤੇ ਨਹੀਂ ਸੀ। ਵੱਡੇ ਅਫਸਰਾਂ ਦੀ ਗੱਲ ਨਾ ਮੰਨਣ ਦਾ ਨਤੀਜਾ ਮੈਨੂੰ ਮਿਲ ਰਿਹਾ ਸੀ ਤੇ ਬਾਅਦ ਵਿੱਚ ਮੈਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ। ਅਸਲ ਵਿੱਚ ਮੇਰੀ ਨੌਕਰੀ ਹੁਣ ਜਾਣ ਹੀ ਵਾਲੀ ਸੀ। ਹੌਲੀ-ਹੌਲੀ ਮੇਰੇ ਮਾਤਾ-ਪਿਤਾ ਮੇਰੀ ਟੈਨਸ਼ਨ ਦੇ ਵਿੱਚ ਇਸ ਦੁਨੀਆ ਤੋਂ ਚਲੇ ਗਏ, ਜਿਸ ਤੋਂ ਬਾਅਦ ਮੈਂ ਤੇ ਮੇਰੀ ਪਤਨੀ ਇਕੱਲੇ ਹੀ ਰਹਿ ਗਏ। ਥੋੜਾ ਹੀ ਸਮਾਂ ਹੋਇਆ ਸੀ ਘਰ ਬਣਾਏ ਨੂੰ, ਜੋ ਕਿ ਲੋਨ ਲੈ ਕੇ ਬਣਵਾਇਆ ਸੀ। ਹੁਣ ਮੈਂ ਕਰਜ਼ੇ ਥੱਲੇ ਡੁੱਬ ਚੁੱਕਿਆ ਸੀ। ਟੈਨਸ਼ਨਾਂ ਰਾਤ ਨੂੰ ਸੌਣ ਨਹੀਂ ਦਿੰਦੀਆਂ ਸੀ। ਉੱਪਰੋਂ ਸਾਡੇ ਘਰ ਕੋਈ ਔਲਾਦ ਵੀ ਨਹੀਂ ਸੀ। ਕੁਝ ਮਹੀਨਿਆਂ ਬਾਅਦ ਮੇਰੀ ਪਤਨੀ ਵੀ ਪੇਕੇ ਘਰੇ ਚਲੀ ਗਈ ਜਦੋਂ ਕਰਜ਼ੇ ਵਾਲੇ ਤੰਗ ਪਰੇਸ਼ਾਨ ਕਰਨ ਲੱਗੇ। ਜ਼ਿੰਦਗੀ ਨੇ ਹੁਣ ਮੈਨੂੰ ਇਕੱਲਾ ਕਰ ਦਿੱਤਾ ਸੀ। ਆਖਿਰ ਮੇਰੀ ਜ਼ਿੰਦਗੀ ਦੇ ਵਿੱਚ ਉਹ ਪਲ ਆ ਹੀ ਗਿਆ ਜਿੱਥੇ ਹਰ ਕੋਈ ਹਾਰ ਹੀ ਜਾਂਦਾ ਹੈ। ਘਰ ਉੱਪਰ ਬੈਂਕ ਦਾ ਕਬਜ਼ਾ ਹੋਇਆ ਅਤੇ ਮੈਂ ਆਤਮ ਹੱਤਿਆ ਕਰਨ ਵਾਸਤੇ ਨਹਿਰ ਵੱਲ ਚੱਲ ਪਿਆ। ਹੁਣ ਨਾ ਤਾਂ ਮੇਰੇ ਮਾਤਾ-ਪਿਤਾ ਸੀ ਤੇ ਨਾ ਹੀ ਮੇਰੀ ਪਤਨੀ। ਔਲਾਦ ਤਾਂ ਪਹਿਲਾਂ ਹੀ ਨਹੀਂ ਸੀ। ਫਿਰ ਜੀ ਕੇ ਵੀ ਕੀ ਕਰਨਾ ਸੀ ਇਸ ਦੁਨੀਆ ਦੇ ਵਿੱਚ। ਸ਼ਾਮ ਦਾ ਸਮਾਂ ਸੀ। ਮੈਂ ਨਹਿਰ ਦੇ ਵਿੱਚ ਡੁੱਬਣ ਦੀ ਤਿਆਰੀ ਹੀ ਕਰ ਰਿਹਾ ਸੀ। ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਚੱਲਿਆ। ਪਾਠ ਸੁਣ ਕੇ ਦਿਲ ਇੱਕਦਮ ਬਦਲ ਗਿਆ। ਮਰਨ ਤੋਂ ਮਨ ਮੋੜ ਕੇ ਮੈਂ ਉੱਥੋਂ ਚਲਿਆ ਗਿਆ ਤੇ ਰਸਤੇ ਦੇ ਵਿੱਚ ਮੈਂ ਦੇਖਿਆ ਕਿ ਉਹ ਦੋਨੋਂ ਮੰਦਬੁੱਧੀ ਲੜਕੇ ਉੱਥੋਂ ਲੰਘ ਰਹੇ ਸੀ ਤੇ ਇੱਕ-ਇੱਕ ਰੋਟੀ ਉਹਨਾਂ ਦੇ ਹੱਥ ਦੇ ਵਿੱਚ ਸੀ ਤੇ ਦੋਨੋਂ ਬੜੇ ਖੁਸ਼ ਸੀ। ਉਹਨਾਂ ਲੜਕਿਆਂ ਨੇ ਮੇਰੇ ਵੱਲ ਰੋਟੀ ਕੀਤੀ ਤੇ ਮੈਨੂੰ ਖਾਣ ਵਾਸਤੇ ਦਿੱਤੀ। ਜ਼ਿੰਦਗੀ ਦਾ ਅਸਲ ਮਾਇਨਾ ਪਰਮਾਤਮਾ ਨੇ ਮੇਰੇ ਸਾਹਮਣੇ ਕਰ ਦਿੱਤਾ। ਸੋ ਆਖਿਰਕਾਰ ਮੈਂ ਬੈਂਕ ਵਾਲਿਆਂ ਤੋਂ ਬਚਣ ਦੀ ਖਾਤਰ ਹਜ਼ੂਰ ਸਾਹਿਬ ਚਲਿਆ ਗਿਆ, ਜਿੱਥੇ ਸਾਰੀ ਉਮਰ ਰਹਿ ਕੇ ਸੇਵਾ ਕਰਨ ਦੀ ਸੋਚੀ। ਸੋ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਪਹੁੰਚਿਆ, ਸੇਵਾ ਵਾਲਾ ਚੋਲਾ ਪਾਇਆ ਤੇ ਲੰਗਰ ਦੇ ਵਿੱਚ ਸੇਵਾ ਕਰਨ ਲੱਗਿਆ। ਪੂਰੇ 3-4 ਮਹੀਨੇ ਮੈਂ ਉੱਥੇ ਸਭ ਕੁਝ ਭੁੱਲ ਕੇ ਸੇਵਾ ਕਰਦਾ ਰਿਹਾ ਤੇ ਬਾਹਰ ਜਿੱਥੇ ਵੀ ਜਗ੍ਹਾ ਮਿਲਦੀ ਮੈਂ ਸੌਂ ਜਾਂਦਾ। ਇੱਕ ਦਿਨ ਸਵੇਰ ਦਾ ਟਾਈਮ ਸੀ। ਮੈਂ ਲੰਗਰ ਵਰਤਾ ਰਿਹਾ ਸੀ ਕਿ ਦੋ ਮੰਦਬੁੱਧੀ ਲੜਕੇ ਜੋ ਕਿ ਸਿੱਖ ਹੀ ਸਨ ਲੰਗਰ ਦੇ ਵਿੱਚ ਆ ਕੇ ਬੈਠੇ। ਉਸ ਸਮੇਂ ਮੈਂ ਖੀਰ ਵਰਤਾ ਰਿਹਾ ਸੀ। ਉਹਨਾਂ ਕੋਲ ਪਹੁੰਚਿਆ ਤਾਂ ਉਹਨਾਂ ਨੇ ਥਾਲੀ ਦੇ ਵਿੱਚ ਉਂਗਲ ਮਾਰ ਕੇ ਖੀਰ ਪਾਉਣ ਵਾਸਤੇ ਕਿਹਾ। ਮੈਂ ਇੱਕ ਡੋਰੀ ਖੀਰ ਪਾਈ ਤੇ ਅੱਗੇ ਜਾਣ ਲੱਗਿਆ। ਅਚਾਨਕ ਉਸ ਲੜਕੇ ਨੇ ਦੁਬਾਰਾ ਉਂਗਲ ਮਾਰ ਕੇ ਖੀਰ ਪਾਉਣ ਵਾਸਤੇ ਕਿਹਾ ਕਿ ਦੂਜੀ ਵਾਰ ਹੋਰ ਖੀਰ ਪਾਓ। ਮੈਂ ਦੂਜੀ ਡੋਰੀ ਵੀ ਪਾ ਦਿੱਤੀ। ਜਦੋਂ ਤੀਜੀ ਵਾਰ ਵੀ ਉਸਨੇ ਪਾਉਣ ਵਾਸਤੇ ਕਿਹਾ ਕਿ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਇੱਥੇ ਥੋੜਾ ਸਾਰੀ ਖੀਰ ਖਤਮ ਕਰਨੀ ਹੈ, ਹੋਰ ਵੀ ਸੰਗਤ ਬੈਠੀ ਹੈ ਪੰਗਤ ਦੇ ਵਿੱਚ। ਮੈਂ ਉਸ ਲੜਕੇ ਦੀ ਗੱਲ ਇਗਨੋਰ ਕਰਕੇ ਅੱਗੇ ਜਾਣ ਹੀ ਲੱਗਿਆ ਸੀ ਕਿ ਇੱਕ ਬਜ਼ੁਰਗ ਸੇਵਾਦਾਰ ਨੇ ਮੈਨੂੰ ਆਵਾਜ਼ ਮਾਰੀ ਕਿ ਪੁੱਤ ਇਹ ਗਲਤੀ ਨਾ ਕਰੀ, ਜਿੰਨੀ ਵਾਰ ਵੀ ਇਹ ਲੜਕਾ ਕਹਿ ਰਿਹਾ ਹੈ ਉਨੀ ਵਾਰ ਇਸ ਨੂੰ ਖੀਰ ਪਾਓ। ਉਸ ਲੜਕੇ ਨੇ ਥਾਲੀ ਦੇ ਵਿੱਚ 4 ਵਾਰ ਉਂਗਲ ਮਾਰੀ ਤੇ ਮੈਂ 4 ਵਾਰ ਉਸ ਨੂੰ ਖੀਰ ਪਾ ਦਿੱਤੀ ਤੇ ਇੰਜ ਹੀ ਦੂਸਰੇ ਲੜਕੇ ਨੇ ਵੀ ਕੀਤਾ। ਖੀਰ ਪਾਉਣ ਤੋਂ ਬਾਅਦ ਉਹ ਦੋਵੇਂ ਮੇਰੇ ਵੱਲ ਦੇਖ ਕੇ ਉਵੇਂ ਹੀ ਮੁਸਕਰਾਏ ਜਿਵੇਂ ਚੰਡੀਗੜ੍ਹ ਦੇ ਵਿੱਚ ਉਹ ਮੰਦਬੁੱਧੀ ਲੜਕੇ ਮੁਸਕਰਾਉਂਦੇ ਸੀ। ਮੇਰੇ ਨਾਲ ਜੋ ਵੀ ਹੋ ਰਿਹਾ ਸੀ ਮੈਂ ਬਿਲਕੁਲ ਸਮਝ ਚੁੱਕਿਆ ਸੀ, ਪਰ ਪਤਾ ਨਹੀਂ ਇਹ ਸਭ ਕੁਝ ਕਦੋਂ ਠੀਕ ਹੋਣਾ ਸੀ। ਫਿਰ ਇੱਕ ਰਾਤ ਜਦੋਂ ਮੈਂ ਗੋਦਾਵਰੀ ਦੇ ਕੰਢੇ ਘੁੰਮ ਰਿਹਾ ਸੀ ਤੇ ਚੱਕਰ ਆਉਣ ਕਰਕੇ ਉੱਥੇ ਮੈਂ ਡਿੱਗ ਗਿਆ। ਮੈਨੂੰ ਉੱਥੇ ਡਿੱਗੇ ਨੂੰ ਕਿਸੇ ਨੇ ਨਹੀਂ ਦੇਖਿਆ ਤੇ ਜਦੋਂ ਮੈਂ ਉੱਠਿਆ ਤਾਂ ਹਨੇਰਾ ਹੋ ਚੁੱਕਿਆ ਸੀ। ਮੈਂ ਉੱਥੋਂ ਉੱਠ ਕੇ ਜਾਣ ਹੀ ਲੱਗਿਆ ਸੀ ਤਾਂ ਮੈਨੂੰ ਘੋੜਿਆਂ ਦੀਆਂ ਆਵਾਜ਼ਾਂ ਆਈਆਂ ਤਾਂ ਇੱਕ ਤੇਜ਼ ਪ੍ਰਕਾਸ਼ ਦੇ ਵਿੱਚੋਂ 2 ਸਿੰਘ ਘੋੜੇ ਦੇ ਉੱਤੇ ਨਿਕਲ ਰਹੇ ਸੀ। ਇੱਕ ਵਾਰ ਤਾਂ ਮੈਂ ਡਰ ਹੀ ਗਿਆ ਤੇ ਉੱਥੇ ਕਿਸੇ ਪਾਸੇ ਲੁਕ ਗਿਆ। ਇੱਕ ਸਿੰਘ ਨੇ ਆਵਾਜ਼ ਮਾਰ ਕੇ ਕਿਹਾ ਕਿ ਸ਼ਮਸ਼ੇਰ ਸਿੰਘ ਸ਼ੇਰ ਲੁਕਦੇ ਨਹੀਂ ਹੁੰਦੇ, ਜਾਪ ਸਾਹਿਬ ਦਾ ਪਾਠ ਕਰਿਆ ਕਰ।
ਤੇ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਵੀ ਕੱਢਿਆ ਕਰ। ਜਿਸ ਤੋਂ ਬਾਅਦ ਉਹ ਤੇਜ ਪ੍ਰਕਾਸ਼ ਗਾਇਬ ਹੋ ਗਿਆ ਤੇ ਉਹ ਸਿੰਘ ਵੀ। ਇਸ ਘਟਨਾ ਤੋਂ ਬਾਅਦ ਮੈਂ ਲੰਗਰ ਸਾਹਿਬ ਦੇ ਵਿੱਚ ਮਨ ਧਨ ਦੇ ਨਾਲ ਸੇਵਾ ਕਰਦਾ ਰਿਹਾ। ਕੁਝ ਕੁ ਮਹੀਨਿਆਂ ਬਾਅਦ ਮੇਰੇ ਹੀ ਦਫ਼ਤਰ ਦੇ ਵਿੱਚ ਕੰਮ ਕਰਨ ਵਾਲਾ ਇੱਕ ਬੰਦਾ ਮੈਨੂੰ ਹਜੂਰ ਸਾਹਿਬ ਮਿਲਿਆ ਤੇ ਉਸਨੇ ਮੈਨੂੰ ਦੱਸਿਆ ਕਿ ਮੇਰੀ ਭਾਲ ਕਾਫੀ ਸਮੇਂ ਤੋਂ ਚੱਲ ਰਹੀ ਹੈ, ਕਿਉਂਕਿ ਮੇਰੇ ਉੱਤੇ ਲੱਗੇ ਸਾਰੇ ਦੋਸ਼ ਬਹਾਲ ਹੋ ਚੁੱਕੇ ਨੇ ਤੇ ਸਰਕਾਰ ਬਾਰ-ਬਾਰ ਨੌਕਰੀ ਜੁਆਇਨ ਕਰਨ ਵਾਸਤੇ ਕਹਿ ਰਹੀ ਹੈ। ਮੈਂ ਬਹੁਤ ਹੈਰਾਨ ਹੋਇਆ ਕਿ ਇਹ ਸਭ ਕੁਝ ਕਿਵੇਂ ਹੋਇਆ। ਅਗਲੇ ਕੁਝ ਕੁ ਦਿਨਾਂ ਦੇ ਵਿੱਚ ਮੈਂ ਵਾਪਸ ਪੰਜਾਬ ਜਾਣਾ ਸੀ। ਮੇਰੇ ਜਾਣ ਤੋਂ ਇੱਕ ਦਿਨ ਪਹਿਲਾਂ ਉਹ ਦੋਨੋਂ ਲੜਕੇ ਜੋ ਉਸ ਦਿਨ ਲੰਗਰ ਦੇ ਵਿੱਚ ਆਏ ਸੀ, ਉਹ ਮੇਰੇ ਕੋਲ ਆਏ ਤੇ ਮੈਨੂੰ ਕਹਿਣ ਲੱਗੇ ਕਿ ਆਪਣੇ ਦਰ ਤੋਂ ਕਿਸੇ ਨੂੰ ਭੁੱਖਾ ਨਾ ਮੋੜੀ ਤੇ ਗੁਰੂ ਸਾਹਿਬ ਦੇ ਹੁਕਮ ਨੂੰ ਮੰਨੀ ਜੋ ਪਿਛਲੀ ਰਾਤ ਤੈਨੂੰ ਦਿੱਤਾ ਸੀ। ਉਸ ਵੇਲੇ ਮੇਰੀ ਅੱਖਾਂ ਦੇ ਵਿੱਚ ਪਾਣੀ ਸੀ, ਕਿਉਂਕਿ ਗੁਰੂ ਸਾਹਿਬ ਮੇਰੇ ਕੋਲ ਆਏ ਸੀ ਤੇ ਜਿਨ੍ਹਾਂ ਦੀ ਸਿਰਫ ਮੈਨੂੰ ਆਵਾਜ਼ ਹੀ ਆਈ ਸੀ ਤੇ ਮੈਂ ਉਹਨਾਂ ਨੂੰ ਪਹਿਚਾਣ ਨਹੀਂ ਸਕਿਆ। ਮੈਂ ਪੰਜਾਬ ਵਾਪਸ ਆਪਣੇ ਘਰ ਆਇਆ, ਮੈਨੂੰ ਨੌਕਰੀ ਮਿਲੀ। ਮੈਂ ਹੌਲੀ-ਹੌਲੀ ਕਰਕੇ ਆਪਣਾ ਕਰਜ਼ਾ ਉਤਾਰਿਆ ਤੇ ਆਪਣਾ ਘਰ ਵੀ ਵਾਪਸ ਲੈ ਲਿਆ। ਕੁਝ ਸਮੇਂ ਬਾਅਦ ਮੇਰੀ ਪਤਨੀ ਵੀ ਵਾਪਸ ਆ ਗਈ। ਸਮੇਂ ਪੈਣ ਤੇ ਮੇਰੇ ਘਰ 2 ਲੜਕੀਆਂ ਨੇ ਜਨਮ ਵੀ ਲਿਆ ਤੇ ਹੁਣ ਮੇਰੀ ਜ਼ਿੰਦਗੀ ਵਧੀਆ ਕੱਟ ਰਹੀ ਹੈ। ਕਦੇ ਵੀ ਆਪਣੇ ਆਪ ਨੂੰ ਉੱਚਾ ਨਾ ਸਮਝੋ। ਆਪਣੇ ਦਰ ਦੇ ਉੱਤੇ ਆਏ ਕਿਸੇ ਵੀ ਲੋੜਵੰਦ ਭੁੱਖੇ ਇਨਸਾਨ ਨੂੰ ਖਾਲੀ ਨਾ ਮੋੜੋ। ਇਹੀ ਸਾਡੀ ਜ਼ਿੰਦਗੀ ਦਾ ਅਸਲ ਕਰਮ ਹੈ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ।